ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਮਾਈ ਵੀਜ਼ਾ ਅਪਡੇਟ ਦੇ ਸਾਡੇ ਇਸ ਖਾਸ ਸ਼ੋਅ ਦੇ ਵਿੱਚ। ਅੱਜ ਦੇ ਸ਼ੋਅ ਦੇ ਵਿੱਚ ਕੈਨੇਡਾ, ਯੂਕੇ ਦੋਨੋਂ ਕੰਟਰੀਜ਼ ਨੂੰ ਬਹੁਤ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਪ੍ਰੈਜ਼ੈਂਟ ਸਿਨਾਰੀਓ, ਕਿਹੜੇ ਡਾਕੂਮੈਂਟ ਚਾਹੀਦੇ ਨੇ ਤੇ ਕਿਹੜੇ ਸਟੂਡੈਂਟ ਨੂੰ ਕਿਹੜੀ ਕੰਟਰੀ ਦੇ ਵਿੱਚ ਜਾਣਾ ਚਾਹੀਦਾ ਹੈ, ਕਿਸ ਤਰੀਕੇ ਦਾ ਕੋਰਸ ਉਹਦੇ ਵਾਸਤੇ ਬੈਸਟ ਰਹੂਗਾ, ਇਹ ਸਾਰੀ ਇਨਫੋਰਮੇਸ਼ਨ ਸ਼ੋਅ ਦੇ ਵਿੱਚ ਦਵਾਂਗੇ। ਸੋ ਕੋਸ਼ਿਸ਼ ਕਰੋ ਸ਼ੋਅ ਨੂੰ ਐਂਡ ਤੱਕ ਜ਼ਰੂਰ ਦੇਖੋ। ਸ਼ੋਅ ਦੇ ਦੌਰਾਨ ਤੁਸੀਂ ਲਾਈਵ ਕਾਲ ਵੀ ਕਰ ਸਕਦੇ ਹੋ, ਜਿਹਦੇ ਵਿੱਚ ਤੁਸੀਂ ਆਪਣਾ ਪਰਸਨਲ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ 90238 90238 ਤੇ ਕਾਲ ਕਰਕੇ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਸਾਡੇ ਅੱਜ ਦੇ ਗੈਸਟ ਬ੍ਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੰਵਰ ਹੋਣਾ। ਸਵਾਗਤ ਹੈ ਜੀ। ਥੈਂਕ ਯੂ ਦੀਪਕ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸੋ ਅਮਰਜੀਤ ਜੀ, ਤੁਸੀਂ ਹਮੇਸ਼ਾ ਕਹਿੰਦੇ ਹੋ ਕੈਨੇਡਾ ਨੰਬਰ 1 ਤੇ ਹੈ। ਕੈਨੇਡਾ ਜਾਣ ਵਾਲਿਆਂ ਨੂੰ ਤੁਸੀਂ ਕਦੀ ਨਹੀਂ ਕਹਿੰਦੇ ਕਿ ਉਹ ਯੂਕੇ ਚੱਲ ਜਾਵੇ। ਸੋ ਅੱਜ ਦੇ ਸ਼ੋਅ ਦੇ ਵਿੱਚ ਪਹਿਲਾਂ ਇਹੀ ਗੱਲ ਕਰਾਂਗੇ ਕਿ ਕੈਨੇਡਾ ਪ੍ਰੈਜ਼ੈਂਟਲੀ ਕਿਹੜੇ ਪ੍ਰੋਫਾਈਲਸ ਜਾ ਸਕਦੇ ਨੇ, ਕਿਹਨਾਂ ਨੂੰ ਇੱਕ ਵਾਰੀ ਅਪਲਾਈ ਕਰਕੇ ਨਹੀਂ ਜਾ ਸਕੇ ਤਾਂ ਰੀਅਪਲਾਈ ਕਰਨਾ ਚਾਹੀਦਾ ਤੇ ਕਿਹਨਾਂ ਨੂੰ ਹੁਣ ਸਵਿਚ ਕਰ ਜਾਣਾ ਚਾਹੀਦਾ। ਦੇਖੋ, ਜਿੰਨੇ ਵੀ ਬੱਚੇ ਕੈਨੇਡਾ ਅਪਲਾਈ ਕਰ ਰਹੇ ਨੇ, ਅਗਰ ਉਹਨਾਂ ਦਾ ਆਇਲਸ ਸਕੋਰ 6 ਈਚ ਹੈ ਤਾਂ ਉਹਨਾਂ ਨੂੰ ਬਾਰ-ਬਾਰ ਕੋਸ਼ਿਸ਼ ਕਰ ਲੈਣੀ ਚਾਹੀਦੀ ਹੈ, 2 ਵਾਰੀ 3 ਵਾਰੀ। ਬਾਕੀ ਡਿਪੈਂਡ ਆ ਉਹਨਾਂ ਦੇ ਪ੍ਰੋਫਾਈਲ ਦੇ ਅਦਰ ਪ੍ਰੋਸਪੈਕਟਿਵ ਤੇ ਵੀ, ਕਿਉਂਕਿ ਕੈਨੇਡਾ ਦੇ ਵਿੱਚ ਵੀਜ਼ਾ ਇਕੱਲਾ ਆਈਲੈਟਸ ਤੇ ਵੀ ਨਹੀਂ ਮਿਲਦਾ ਤੇ ਇਕੱਲਾ ਪ੍ਰੋਫਾਈਲ ਤੇ ਵੀ ਨਹੀਂ ਮਿਲਦਾ। ਦੋਨਾਂ ਦਾ ਮੈਚਿੰਗ ਕੰਬੀਨੇਸ਼ਨ ਹੋਣਾ ਬਹੁਤ ਸਟਰੋਂਗ ਜ਼ਰੂਰੀ ਹੈ। ਲੇਕਿਨ ਤੁਹਾਡੇ ਕੋਲ ਆਇਲਸ 6 ਈਚ ਹੈ ਤਾਂ ਮੈਂ ਕਿਤੇ ਨਾ ਕਿਤੇ ਮੰਨ ਕੇ ਚੱਲਦਾ ਕਿ ਤੁਹਾਡਾ ਅਕੈਡਮਿਕ ਵੀ ਅੱਛਾ ਹੋਊਗਾ। ਸੋ ਅਗਰ ਤੁਹਾਡਾ ਕਿਸੇ ਕਾਰਨ ਰਿਫਿਊਜ਼ਲ ਆਇਆ ਤਾਂ ਉਹਨੂੰ ਰੀਅਟੈਂਪਟ ਕਰੋ। ਪਰ ਜਿਹੜੇ ਬੱਚੇ 5.5 'ਚ ਅਟਕੇ ਨੇ, ਖਾਸ ਕਰਕੇ 2 'ਚ 5.5 ਤੋਂ ਇੰਪਰੂਵ ਨਹੀਂ ਕਰ ਪਾ ਰਹੇ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਅਗਰ ਨਹੀਂ ਲੱਗਦਾ ਕਿ ਉਹਨਾਂ ਨੂੰ ਕਰ ਹੀ ਨਹੀਂ ਸਕਦੇ ਤਾਂ ਫਿਰ ਉਹਨਾਂ ਨੂੰ ਹੁਣ ਯੂਕੇ ਲੈ ਲੈਣਾ ਚਾਹੀਦਾ, ਕਿਉਂਕਿ ਇਹ ਵੀ ਇੱਕ ਮੌਕਾ, ਇੱਕ ਸਮਾਂ ਚੱਲ ਰਿਹਾ ਜਦੋਂ ਅੰਬੈਸੀ 100% ਰਿਜ਼ਲਟ ਦੇ ਰਹੀ ਹੈ। ਸੋ ਆਹ ਨਾ ਹੋਵੇ ਕਿ ਕੱਲ੍ਹ ਨੂੰ ਆਪਾਂ ਵੀ ਖੁੰਝ ਲਈਏ, ਫਿਰ ਆਪਣੀ ਆਸਟ੍ਰੇਲੀਆ ਵਰਗੀ ਸਿਚੁਏਸ਼ਨ ਹੋ ਜੇ ਕਿ ਕਿਸੇ ਦਾ ਵੀਜ਼ਾ ਲੱਗਦਾ ਹੈ, ਕਿਸੇ ਦਾ ਰਿਜੈਕਟ ਵੀ ਹੁੰਦਾ ਹੈ। ਸੋ ਉਹ ਸਿਚੁਏਸ਼ਨ 'ਚ ਪੈਣ ਨਾਲੋਂ ਇੱਥੇ ਤੁਸੀਂ ਸ਼ੋਰ ਸ਼ੋਟ ਆਪਣਾ ਫਿਊਚਰ ਜਿਹੜਾ ਉਹ ਸਿਕਿਉਰਡ ਕਰ ਸਕਦੇ ਹੋ। ਦੂਸਰੀ ਚੀਜ਼, ਕੈਨੇਡਾ ਉਹਨਾਂ ਬੱਚਿਆਂ ਨੂੰ ਵੀ ਅਟੈਂਪਟ ਕਰਨਾ ਚਾਹੀਦਾ ਜਿਨ੍ਹਾਂ ਦੀ ਗਲਤੀ ਨਹੀਂ ਸੀ ਔਰ ਉਹਨਾਂ ਦੀਆਂ ਮਤਲਬ ਮਿਸਡੀਡਸ ਦੇ ਕਰਕੇ ਗਲਤ ਹੋਇਆ। ਮਿਸਡੀਡਸ ਤੋਂ ਮੇਰਾ ਭਾਵ ਹੈ ਉਹਨਾਂ ਨੇ ਕੋਰਸ ਗਲਤ ਲੈ ਲਏ, ਜਾਂ ਆਪਣੇ ਕੇਸ ਨੂੰ ਚੱਜ ਨਾਲ ਪ੍ਰੈਜ਼ੈਂਟ ਨਹੀਂ ਕਰ ਸਕੇ, ਜਾਂ ਆਪਣੀਆਂ SOPs ਅੱਛੇ ਤਰੀਕੇ ਨਾਲ ਨਹੀਂ ਬਣਾ ਸਕੇ, ਬਟ ਉਹ ਅਕੈਡਮਿਕਲੀ ਸਟਰੋਂਗ ਸੀ। ਆਇਲਸ 'ਚ ਕਿਤੇ ਨਾ ਕਿਤੇ ਇੱਕ ਮੋਡਿਊਲ 'ਚ 5.5 ਰਹਿ ਗਿਆ ਸੀ। ਸੋ ਉਹਨਾਂ ਬੱਚਿਆਂ ਨੂੰ ਵੀ ਇੱਕ ਕੋਸ਼ਿਸ਼ ਜਾਂ 2 ਕੋਸ਼ਿਸ਼ ਕੈਨੇਡਾ ਦੀਆਂ ਜ਼ਰੂਰ ਕਰਨੀਆਂ ਚਾਹੀਦੀਆਂ, ਕਿਉਂਕਿ ਬ੍ਰੌਡਵੇ ਦਾ ਮੇਰਾ ਕਦੀ ਇਹ ਮਕਸਦ ਨਹੀਂ ਹੁੰਦਾ ਕਿ ਕੈਨੇਡਾ ਵਾਲੇ ਨੂੰ ਚੱਕ ਕੇ ਮੈਂ ਕਹਾਂ ਤੇਰਾ ਰਿਫਿਊਜ਼ਲ ਆ ਗਿਆ, ਹੁਣ ਨਹੀਂ ਹੋ ਸਕਦਾ, ਤੂੰ ਫਟਾਫਟ ਯੂਕੇ ਕਰ ਲੈ ਨਹੀਂ ਤਾਂ ਰਹਿ ਜਾਏਗਾ। ਇੱਦਾਂ ਨਹੀਂ ਹੁੰਦਾ। ਸੋ ਬੱਚੇ ਦੇ ਪ੍ਰੋਫਾਈਲ ਦੇ ਅਕੋਰਡਿੰਗ ਹੀ ਅਸੀਂ ਸਲਾਹ ਦੇਣੀ ਹੈ ਔਰ ਉਹੀ ਐਡਵਾਈਸ ਦੇਣੀ ਹੈ ਜਿਹਦੇ ਨਾਲ ਉਹਦਾ ਫਾਇਦਾ ਹੋਵੇ, ਉਹਦਾ ਗਾਂ ਦਾ ਫਿਊਚਰ ਦਾ ਵੀ ਫਾਇਦਾ ਹੋਵੇ। ਕਿਉਂਕਿ ਮੇਰੇ ਲਈ ਇੱਕ ਫਾਈਲ, ਇੱਕ ਕੇਸ ਸਿਰਫ ਇੱਕ ਕੇਸ ਨਹੀਂ ਹੁੰਦਾ, ਮੇਰੇ ਲਈ ਉਹ ਇੱਕ ਬੱਚੇ ਦਾ ਭਵਿੱਖ ਹੈ, ਮੇਰੇ ਲਈ ਇੱਕ ਪੇਰੈਂਟਸ ਦੇ ਸੁਪਨੇ ਨੇ। ਸੋ ਉਸੇ ਸਿਚੁਏਸ਼ਨਾਂ 'ਚ ਜਿਹਦੇ 'ਚ ਅੱਜ ਉਹ ਬੱਚਾ ਹੈ, ਉਸੇ ਸਿਚੁਏਸ਼ਨਾਂ 'ਚੋਂ ਮੈਂ ਵੀ ਆਪਣੀ ਜ਼ਿੰਦਗੀ 'ਚ ਨਿਕਲਿਆ। ਮੈਂ ਵੀ ਬਾਹਰ ਪੜ੍ਹਨ ਗਿਆ, ਮੈਂ ਵੀ ਇੰਟਰਨੈਸ਼ਨਲ ਸਟੂਡੈਂਟ ਰਿਹਾ, ਮੇਰੇ ਵੀ ਪੇਰੈਂਟਸ ਨੇ ਬਹੁਤ ਸਾਰੀਆਂ ਉਮੀਦਾਂ ਰੱਖੀਆਂ। ਸੋ ਉਹ ਚੀਜ਼ਾਂ ਰਿਵਾਈਜ਼ ਹੁੰਦੀਆਂ ਨੇ ਅੱਖਾਂ ਅੱਗੇ ਜਦੋਂ ਕਿਸੇ ਸਟੂਡੈਂਟ ਨਾਲ ਬਹਿ ਕੇ ਗੱਲ ਕਰੀਦੀ ਹੈ। ਸੋ ਸਾਡੀ ਪਹਿਲੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਸਟੂਡੈਂਟ ਨੂੰ ਉਹਦੇ ਪ੍ਰੋਫਾਈਲ ਦੇ ਅਕੋਰਡਿੰਗ ਜਿਹੜਾ ਉਹਦਾ ਬੈਸਟ ਡੈਸਟੀਨੇਸ਼ਨ ਹੋ ਸਕਦਾ, ਜਿੱਥੇ ਉਹਦੇ ਪੇਰੈਂਟਸ ਦੀ ਕੀਤੀ ਹੋਈ ਮਿਹਨਤ ਜਿਹੜੀ ਉਹਦੇ ਉੱਤੇ ਲੱਗ ਰਹੀ ਹੈ ਉਹਨੂੰ ਵਧੀਆ ਫਲ ਦੇ ਸਕਦੀ ਹੈ, ਉਹਦੇ ਉੱਤੇ ਉਹਦਾ ਪਹਿਲਾ ਜਿਹੜੀ ਕੋਸ਼ਿਸ਼ ਹੈ ਉਹ ਕਰਨੀ ਚਾਹੀਦੀ ਹੈ ਵੀਜ਼ਾ ਲੈਣ ਦੀ। ਅਮਰਜੀਤ ਜੀ, ਤੁਹਾਡੇ ਕੋਲ ਵੀ ਰਿਫਿਊਜ਼ਡ ਸਟੂਡੈਂਟ ਆਉਂਦੇ ਹੋਣਗੇ, ਖਾਸ ਕਰਕੇ ਕੈਨੇਡਾ ਦੀ ਗੱਲ ਕਰ ਰਹੇ ਹਾਂ। ਕੈਨੇਡਾ ਰਿਫਿਊਜ਼ਡ ਤੁਹਾਡੇ ਕੋਲ ਬਹੁਤ ਸਾਰੇ ਸਟੂਡੈਂਟ ਪਹੁੰਚਦੇ ਹੋਣਗੇ। ਉਹਨਾਂ 'ਚੋਂ ਮੇਨ ਕੀ ਰੀਜ਼ਨ ਦੇਖਦੇ ਹੋ ਰਿਫਿਊਜ਼ਲ ਦੇ, ਜਿਹੜੇ ਪ੍ਰੈਜ਼ੈਂਟਲੀ ਪਿਛਲੇ 2-3 ਮਹੀਨੇ 'ਚ ਤੁਹਾਨੂੰ ਮਿਲ ਰਹੇ ਨੇ, ਤੇ ਉਹਨਾਂ ਦਾ ਫਿਰ ਤੁਸੀਂ ਕਿਵੇਂ ਅੱਗੇ ਦਾ ਰੀਅਪਲਾਈ ਕਰਦੇ ਹੋ? ਦੇਖੋ, ਜਿਹੜਾ ਵੀ ਰਿਫਿਊਜ਼ਲ ਕੈਨੇਡਾ ਦਾ ਦਿਖਦਾ ਹੈ ਅੱਜ ਕੱਲ੍ਹ ਤਾਂ ਚਲੋ ਕਾਫੀ ਜ਼ਿਆਦਾ ਵਿੱਚ ਜੇ ਦਿਖੇ ਰਿਫਿਊਜ਼ਲ, ਇਹਦੇ 'ਚ ਕੋਈ ਸ਼ੱਕ ਨਹੀਂ, ਕਿਉਂਕਿ IRCC ਹੁਣ ਕਾਫੀ ਸਟ੍ਰਿਕਟ ਹੋ ਗਈ ਹੈ ਔਰ ਸਿਰਫ ਅੱਛੇ ਪ੍ਰੋਫਾਈਲਸ 'ਤੇ ਵੀਜ਼ਾ ਦਿੰਦੀ ਹੈ, ਬਾਕੀਆਂ ਨੂੰ ਅਪਲਾਈ ਕਰਨ ਦਿੰਦੀ ਹੈ। ਕਿਉਂਕਿ ਅਪਲਾਈ ਤੁਸੀਂ ਇੱਕ 'ਚ 5.5 ਨਾਲ 50% ਨਾਲ ਕਰ ਸਕਦੇ ਆ, ਬਟ ਜਿਹੜੇ ਪ੍ਰੋਫਾਈਲ 'ਤੇ ਤੁਸੀਂ ਅਪਲਾਈ ਕਰੋਗੇ ਉਹਦੇ 'ਤੇ ਵੀਜ਼ਾ ਆਊਗਾ, ਇਹਦੀ ਕੋਈ ਛੋਟੀ ਨਹੀਂ। ਬਟ ਏਜੰਟਸ ਕਈਆਂ ਨੇ ਬਿਜ਼ਨਸ ਹੀ ਅਪਲਾਈ ਕਰਨ ਦਾ ਬਣਾਇਆ, ਕਿਉਂਕਿ ਅੱਜ ਕੱਲ੍ਹ ਜਿਹੜਾ ਪਿੱਛੇ ਜੇ ਵੈਬੀਨਾਰਸ ਹੋਏ ਕੈਨੇਡਾ 'ਚ, IRCC ਨੇ ਸਟ੍ਰਿਕਟ ਕਰਤਾ ਕਿ ਤੁਸੀਂ ਐਕਸਟਰਾ ਫੰਡ ਜ਼ਰੂਰ ਦਿਖਾਉਣੇ ਆ। ਹੁਣ ਕਈ ਏਜੰਟਾਂ ਨੇ ਉਹ ਐਕਸਟਰਾ ਫੰਡ ਨੂੰ ਇਨਕਮ ਬਣਾ ਲਿਆ ਕਿ ਵੀਜ਼ਾ ਆਵੇ ਨਾ ਆਵੇ, ਇਹਦੇ ਇੱਕ 'ਚ 5.5 ਨੇ, ਇਹਦੇ 2 'ਚ 5.5 ਨੇ, ਇਹਨੂੰ ਕੈਨੇਡਾ ਧੱਕੋ, ਇਹਦੇ ਕੋਲ 10 ਲੱਖ ਫੰਡ ਸ਼ੋਅ ਕਰਨ ਦੇ ਪੈਸੇ ਲਵੋ, ਇਹਦੇ ਕੋਲ ਦੂਜੇ ਪੈਸੇ ਲਵੋ, ਮਤਲਬ ਉਹ ਆਪਣਾ 50,000 ਲੱਖ ਰੁਪਈਆ ਝਾੜ ਜਾਂਦੇ ਆ ਔਰ ਤੁਹਾਡੀਆਂ ਟਰਾਈਆਂ ਕਰਾਉਂਦੇ ਆ। ਸੋ ਸਭ ਤੋਂ ਪਹਿਲਾਂ ਕੈਨੇਡਾ ਅਪਲਾਈ ਕਰਨਾ ਹੈ ਤਾਂ ਪ੍ਰੋਫਾਈਲ ਦਾ ਵੈਲ ਐਸਟੈਬਲਿਸ਼ ਹੋਣਾ ਜ਼ਰੂਰੀ ਹੈ। ਜਿੰਨਾ ਬੱਚਾ ਸਾਨੂੰ ਰਿਫਿਊਜ਼ਲ ਵਾਲਾ ਮਿਲਦਾ, ਸੱਚ ਜਾਣਿਓ ਅੱਧਿਓਂ ਜ਼ਿਆਦਾ ਬੱਚਾ ਐਕਚੁਅਲੀ ਐਲੀਜੀਬਲ ਨਹੀਂ ਹੁੰਦਾ ਔਰ ਏਜੰਟ ਨੇ ਉਹਦੇ ਨਾਲ ਧੱਕਾ ਕੀਤਾ ਹੁੰਦਾ ਉਹਨੂੰ ਅਪਲਾਈ ਕਰਾਉਣ ਲਈ, ਕਿਉਂਕਿ ਬੱਚੇ ਦੀ ਵੀ ਕਿਤੇ ਨਾ ਅੜੀ ਹੁੰਦੀ ਹੈ, ਪ੍ਰੋਬਲਮ ਹੁੰਦੀ ਹੈ ਬੱਚਿਆਂ 'ਚ ਵੀ, ਉਹਨਾਂ ਦਾ ਪ੍ਰੋਫਾਈਲ ਐਲੀਜੀਬਲ ਨਹੀਂ ਹੁੰਦਾ ਪਰ ਜਾਣਾ ਹੀ ਕੈਨੇਡਾ।
ਜੇ ਉਹਨੂੰ ਕਹਿ ਦਿਓ ਕਿਸੇ ਨੂੰ, ਮੇਰੇ ਨਾਲ ਤਾਂ ਬਹੁਤ ਇਨਸੀਡੈਂਟ ਹੁੰਦਾ ਹੈ, ਕਿਉਂਕਿ ਸਾਡਾ ਜਿਹੜਾ ਹਿਸਾਬ ਆ ਅਸੀਂ ਪ੍ਰੋਫਾਈਲ ਦੇ ਅਕੋਰਡਿੰਗ ਗਾਈਡ ਕਰਨਾ। ਬੇਸ਼ੱਕ ਕਿਸੇ ਨੇ ਨਹੀਂ ਅਪਲਾਈ ਕਰਨਾ ਉਹ ਨਾ ਕਰੇ, ਉਹਨੇ ਜਿੱਥੋਂ ਕਰਨਾ ਹੈ ਉੱਥੋਂ ਕਰ ਲੇ, ਬਟ ਮੈਂ ਜ਼ਿਆਦਾਤਰ ਬੱਚੇ ਨੂੰ ਪ੍ਰੋਫਾਈਲ ਦੇ ਅਕੋਰਡਿੰਗ ਗਾਈਡ ਕਰਦਾ। ਔਰ ਕਈ ਵਾਰੀ ਇਹ ਸਾਡੇ ਨਾਲ ਸਿਨਾਰੀਓ ਹੁੰਦਾ ਕਿ ਬੱਚਾ ਐਲੀਜੀਬਲ ਨਹੀਂਗਾ ਕੈਨੇਡਾ ਦਾ, ਸਾਫ਼-ਸਾਫ਼ ਦਿਖ ਰਿਹਾ ਸਾਨੂੰ ਰਿਫਿਊਜ਼ਲ ਹੈ, ਉਹਨੂੰ ਅਸੀਂ ਕਹਿੰਦੇ ਆ ਨਹੀਂ, ਉਹਦੇ ਚਿਹਰੇ ਦੇ ਐਕਸਪ੍ਰੈਸ਼ਨ ਦੱਸ ਦਿੰਦੇ ਵੀ ਇਹ ਹੁਣ ਉੱਠ ਕੇ ਕਹਿੰਦਾ ਵੀ ਮੈਂ ਕਿਹੜੇ ਵੇਲੇ ਚੱਲ ਜਾ, ਤਾਂ ਅਸੀਂ ਉਹਨੂੰ ਭੇਜ ਦਈਦਾ ਕਿ ਭਰਾ ਜੇ ਤੂੰ ਕੈਨੇਡਾ ਹੀ ਕਰਨਾ ਹੈ ਤਾਂ ਤੇਰਾ ਨਹੀਂ ਹੋਣਾ, ਤੂੰ ਕਿਤੋਂ ਵੀ ਹੋਰ ਕਰਨਾ ਤੂੰ ਕਰ ਲਾ, ਹਾਂ ਰਿਫਿਊਜ਼ਲ ਹੋ ਜਾਏਗਾ ਫੇਰ ਆ ਜੀ, ਆਏਗਾ ਵਾਪਸ ਤੇ ਆਹ ਕੰਟਰੀਆਂ ਹੋਣਗੀਆਂ। ਕਿਉਂਕਿ ਜਿੰਨਾ ਚਿਰ ਬੱਚਾ ਆਪਣੇ ਦਿਮਾਗ 'ਚੋਂ ਸਾਈਕੋ ਨਹੀਂ ਕੱਢੂਗਾ, ਇਹ ਇੱਕ ਸਾਈਕੋ ਹੈ ਕਿ ਮੈਂ ਕੈਨੇਡਾ ਹੀ ਜਾਣਾ, ਠੀਕ ਹੈ ਨਹੀਂ। ਅਗਰ ਕੈਨੇਡਾ ਜਾਣਾ ਹੈ ਵੀਰੇ ਤਾਂ ਜਾਓ, ਬਿਲਕੁਲ ਜਾਓ, ਵਧੀਆ ਕੰਟਰੀ ਹੈ, ਨੰਬਰ 1 ਕੰਟਰੀ ਹੈ, ਕੋਈ ਇੱਕ ਪੈਸੇ ਦੀ ਕਮੀ ਨਹੀਂ ਗੀ ਉਹਦੇ 'ਚ ਜਿਹੜੀ ਮੈਂ ਇੱਥੇ ਬਹਿ ਕੇ ਕਹਿ ਸਕਾਂ ਕਿ ਉਹਦੇ 'ਚ ਕਮੀ ਹੈ, ਨਾ ਜਾਓ, ਉਹਦੇ 'ਚ ਕੋਈ ਕਮੀ ਨਹੀਂ ਗੀ। ਕਮੀ ਤੁਹਾਡੇ ਪ੍ਰੋਫਾਈਲ 'ਚ ਹੁੰਦੀ ਹੈ, ਜਾਂ ਤਾਂ ਆਪਣੇ ਪ੍ਰੋਫਾਈਲ 'ਤੇ ਮਿਹਨਤ ਕਰ ਲਓ ਡਟ ਕੇ, ਅਤੇ ਜਾਂ ਫਿਰ ਆਪਣੇ ਪ੍ਰੋਫਾਈਲ ਨਾਲ ਜੋ ਐਲੀਜੀਬਲ ਆ ਉਹ ਕਰ ਲਓ। ਘੱਟੋ ਘੱਟ ਘਰਦਿਆਂ ਦਾ ਪੈਸਾ ਜਿਹੜਾ ਮਿਹਨਤ ਦਾ ਕੀਤਾ ਨਾ ਉਹਨੂੰ ਏਜੰਟਾਂ ਕੋਲ ਬਿਨਾਂ ਵਜ੍ਹਾ ਔਰ ਬੇਹਿਸਾਬਾ ਨਾ ਰੋੜੋ। ਕੈਨੇਡਾ ਜਾਓ, ਨੋ ਡਾਊਟ ਨੰਬਰ 1 ਡੈਸਟੀਨੇਸ਼ਨ ਹੈ, ਬਟ ਜੇ ਤੁਹਾਡਾ ਪ੍ਰੋਫਾਈਲ ਐਲੀਜੀਬਲ ਆ ਤਾਂ ਕਰੋ। ਸੋ ਅਮਰਜੀਤ ਜੀ, ਨੈਕਸਟ ਸਵਾਲ ਹੈ SOP ਨੂੰ ਲੈ ਕੇ। SOP ਬਹੁਤ ਇੰਪੋਰਟੈਂਟ ਹੈ, ਹੁਣ ਸਾਰੇ ਸਟੂਡੈਂਟ ਸਮਝ ਚੁੱਕੇ ਨੇ। ਬ੍ਰੌਡਵੇ 'ਚ SOP ਨੂੰ ਤੁਸੀਂ ਕਿਸ ਤਰੀਕੇ ਨਾਲ ਡੀਲ ਸਟੂਡੈਂਟ ਦਾ ਪ੍ਰੋਫਾਈਲ ਉਹਦਾ ਸਮਝਣ ਤੋਂ ਬਾਅਦ SOP ਕਿਸ ਤਰੀਕੇ ਨਾਲ ਪ੍ਰਿਪੇਅਰ ਕਰਦੇ ਹੋ ਕਿ ਉਹਦੀ ਫਾਈਲ 'ਚ ਰਿਫਿਊਜ਼ਲ ਆਉਣ ਦੇ ਚਾਂਸ ਨਾ ਰਹਿਣ? ਦੇਖੋ, ਪ੍ਰੋਫਾਈਲ ਜਿਹੜਾ ਹੁੰਦਾ ਹੈ ਉਹਦੇ ਲਈ ਡਿਟੇਲ ਅੰਡਰਸਟੈਂਡਿੰਗ ਬਹੁਤ ਜ਼ਰੂਰੀ ਹੈ। ਪ੍ਰੋਫਾਈਲ 'ਚ 3-4 ਸਵਾਲ ਨੇ ਜਿਨ੍ਹਾਂ ਦੇ ਜਵਾਬ ਹੋਣੇ ਚਾਹੀਦੇ ਆ, ਜਿਹੜਾ ਐਮਬੈਸੀ ਤੁਹਾਡੇ ਤੋਂ ਲੱਭਦੀ ਹੈ। ਇੱਕ ਬੇਸਿਕ ਚੀਜ਼ਾਂ ਨੇ ਪ੍ਰੋਫਾਈਲ ਦੀਆਂ। ਬੇਸਿਕ ਚੀਜ਼ਾਂ ਕੀ ਨੇ? ਤੁਸੀਂ ਪ੍ਰੈਜ਼ੈਂਟਲੀ ਕੀ ਕੀਤਾ, ਜੋ ਵੀ +2 ਕੀਤੀ, ਇੰਨੇ % ਆਏ, ਆਈਲੈਟਸ ਕੀਤੀ, ਇੰਨਾ ਆਈਲੈਟ ਸਕੋਰ ਆਇਆ, ਮੈਂ ਕੈਨੇਡਾ ਪੜ੍ਹਨ ਜਾਣਾ ਹੈ, ਮੈਂ ਇਸ ਕਾਲਜ 'ਚ ਪੜ੍ਹਨ ਜਾਣਾ ਹੈ, ਮੈਂ ਇਸ ਪੜ੍ਹਾਈ ਨੂੰ ਕਰਕੇ ਇੰਡੀਆ ਆ ਕੇ ਮੈਂ ਆਹ ਜੌਬ ਕਰੂੰਗਾ। ਇਹ ਬੇਸਿਕ ਕੁਐਸਚਨ ਹੋ ਗਏ ਆ ਪ੍ਰੋਫਾਈਲ ਦੇ, ਇਹ ਮੇਨ ਕੁਐਸਚਨ ਨਹੀਂ ਰਹੇ। ਮੇਨ ਕੁਐਸਚਨ ਕਿਹੜੇ ਨੇ ਜਿਹੜੇ SOP 'ਚ ਆਨਸਰ ਹੋਣੇ ਚਾਹੀਦੇ ਆ ਉਹ ਮੈਂ ਦੱਸੂਗਾ। ਸੋ ਇਸ ਲਾਈਵ ਕਾਲ ਤੋਂ ਬਾਅਦ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਸਰ ਮੈਂ ਨਾ ਆਪਣੀ UK ਰਿਗਾਰਡਿੰਗ ਪ੍ਰੋਫਾਈਲ ਡਿਸਕਸ ਕਰਨੀ ਸੀ ਜੀ। ਜੀ ਪੁੱਛੋ। ਸਰ ਮੈਂ ਨਾ +2 ਕੀਤੀ ਹੈ 2017 ਦੇ ਵਿੱਚ, ਮੇਰੇ 70% ਨੇ ਜੀ। ਓਕੇ, ਇੰਗਲਿਸ਼ ਦਾ ਸਕੋਰ ਕੀ ਹੈ ਜੀ +2 ਦਾ ਤੁਹਾਡਾ? ਔਰ ਇੰਗਲਿਸ਼ ਸਰ ਮੇਰੇ 85% ਨੇ ਜੀ। ਪਰਫੈਕਟਲੀ ਫਾਈਨ ਮੈਮ। ਇਸ ਤੋਂ ਬਾਅਦ ਵੀ ਕੁਝ ਕੀਤਾ ਹੈ +2 ਤੋਂ ਬਾਅਦ ਤੁਸੀਂ? ਹਾਂਜੀ ਸਰ, ਉਸ ਤੋਂ ਬਾਅਦ ਗ੍ਰੈਜੂਏਸ਼ਨ ਕੀਤੀ ਹੈ ਜੀ, BA ਕੀਤੀ ਹੈ, ਉਹਦੇ ਵਿੱਚ ਮੇਰੇ 65% ਨੇ ਜੀ। ਪਰਫੈਕਟਲੀ ਫਾਈਨ ਮੈਮ, ਬੇਫਿਕਰ ਹੋ ਕੇ ਜਾ ਸਕਦੇ ਹੋ ਜੀ। ਕੀ ਪੁੱਛਣਾ ਚਾਹੁੰਦੇ ਹੋ? ਤੇ ਵਿਦਆਊਟ ਆਇਲ ਸਰ ਪੋਸੀਬਲ ਹੋ ਜਾਏਗਾ ਜੀ? 110% ਪੋਸੀਬਲ ਹੋ ਸਕਦਾ ਹੈ ਮੈਮ। ਸਵੇਰੇ ਆਫਿਸ ਆ ਕੇ ਮਿਲ ਸਕਦੇ ਹੋ, ਜਨਵਰੀ ਇਨਟੇਕ ਲਈ ਅਪਲਾਈ ਕਰ ਸਕਦੇ ਹੋ। ਓਕੇ ਠੀਕ ਹੈ ਜੀ। ਸਰ ਅੰਮ੍ਰਿਤਸਰ ਹੈਗੀ ਹੈ ਜੀ ਆਪਣੀ ਬ੍ਰਾਂਚ? ਹਾਂਜੀ ਬਿਲਕੁਲ ਮੈਮ, ਰਣਜੀਤ ਐਵੀਨਿਊ ਹੈ ਅੰਮ੍ਰਿਤਸਰ, ਇੰਪਰੂਵਮੈਂਟ ਟਰਸਟ ਆਫਿਸ ਦੇ ਸਾਹਮਣੇ। ਸੋ ਗੂਗਲ ਕਰ ਲਿਓ, ਗੂਗਲ ਤੇ ਅੱਜ ਕੱਲ੍ਹ ਸੌਖਾ ਐਡਰੈਸ ਲੱਭ ਜਾਂਦਾ ਹੈ, ਬ੍ਰੌਡਵੇ ਅੰਮ੍ਰਿਤਸਰ ਲਿਖੋਗੇ ਤਾਂ ਐਡਰੈਸ ਮਿਲ ਜਾਏਗਾ। ਠੀਕ ਹੈ ਸਰ। ਠੀਕ ਹੈ ਜੀ, ਓਕੇ ਸਰ, ਥੈਂਕ ਯੂ ਜੀ। ਸੋ ਪ੍ਰੋਫਾਈਲ ਦੇ ਵਿੱਚ ਇੰਪੋਰਟੈਂਟ ਕੁਐਸਚਨ ਕਿਹੜੇ ਨੇ ਜਿਨ੍ਹਾਂ ਦਾ ਆਨਸਰ ਹੋਣਾ ਚਾਹੀਦਾ? ਸਭ ਤੋਂ ਇੰਪੋਰਟੈਂਟ ਕੁਐਸਚਨ ਕਿ ਤੁਸੀਂ ਜਿਹੜਾ ਕੋਰਸ ਕਰਨ ਜਾ ਰਹੇ ਹੋ ਉਹਦਾ ਤੁਹਾਡੀ ਪ੍ਰੈਜ਼ੈਂਟ ਸਟੱਡੀ ਦੇ ਨਾਲ ਲਿੰਕ ਕੀ ਹੈ, ਰੈਲੇਵੈਂਸੀ ਕੀ ਹੈ, ਪਹਿਲੀ ਚੀਜ਼। ਸੈਕੰਡ ਚੀਜ਼, ਉਹਦਾ ਪ੍ਰੋਗਰੈਸ਼ਨ ਕੀ ਹੈ, ਮਤਲਬ ਉਹ ਪਹਿਲੇ ਤੁਹਾਡੇ ਸਟੱਡੀ ਵਾਲੇ ਲੈਵਲ ਤੋਂ ਤੁਹਾਨੂੰ ਨੈਕਸਟ ਕਿਹੜੇ ਲੈਵਲ 'ਤੇ ਲਿਜਾ ਰਿਹਾ, ਜਾਂ ਉਹ ਤੁਹਾਨੂੰ ਅੱਗੇ ਨੂੰ ਲਿਜਾ ਰਿਹਾ, ਪਿੱਛੇ ਨੂੰ ਲਿਜਾ ਰਿਹਾ, ਜਾਂ ਸੇਮ ਲੈਵਲ 'ਤੇ ਰੱਖ ਰਿਹਾ। ਥਰਡ ਇੰਪੋਰਟੈਂਟ ਚੀਜ਼ ਕਿ ਅਗਰ ਤੁਹਾਡੇ ਕੋਈ ਵਰਕ ਐਕਸਪੀਰੀਅੰਸ ਹੈ, ਤੁਸੀਂ ਮੰਨ ਲਓ ਸਟੱਡੀ ਕੀਤੀ, ਉਸ ਤੋਂ ਬਾਅਦ ਜੌਬ ਕੀਤੀ ਔਰ ਉਸ ਤੋਂ ਬਾਅਦ ਦੁਬਾਰਾ ਤੁਸੀਂ ਕੈਨੇਡਾ ਪੜ੍ਹਨ ਲਈ ਅਪਲਾਈ ਕਰ ਰਹੇ ਹੋ, ਤਾਂ ਤੁਹਾਨੂੰ ਉਹਨਾਂ ਨੂੰ SOP 'ਚ ਐਕਸਪਲੇਨ ਕਰਨਾ ਜ਼ਰੂਰੀ ਹੈ ਕਿ ਤੁਹਾਨੂੰ ਕੰਮ ਕਰਕੇ, ਜੌਬ ਕਰਕੇ ਉਸ ਤੋਂ ਬਾਅਦ ਕਿਉਂ ਲੱਗਾ ਕਿ ਤੁਹਾਨੂੰ ਦੁਬਾਰਾ ਪੜ੍ਹਨਾ ਚਾਹੀਦਾ, ਰੀਜ਼ਨ ਕੀ ਹੈ, ਤੁਸੀਂ ਪੜ੍ਹਾਈ 'ਚ ਵਾਪਸ ਕਿਉਂ ਆ ਰਹੇ ਹੋ। ਲੋਕੀ ਪੜ੍ਹ ਕੇ ਜੌਬ ਹੀ ਕਰਨ ਜਾਂਦੇ ਆ, ਪਰ ਤੁਸੀਂ ਜੌਬ ਕਰਕੇ ਦੁਬਾਰਾ ਪੜ੍ਹਨ ਕਿਉਂ ਆ ਰਹੇ ਹੋ। ਸੋ ਇਹ 3 ਸਵਾਲਾਂ ਦੇ ਜਵਾਬ ਉਹਦੇ ਵਿੱਚ ਹੋਣੇ ਬਹੁਤ ਜ਼ਰੂਰੀ ਹੈ। ਔਰ ਚੌਥਾ ਇੰਪੋਰਟੈਂਟ ਸਵਾਲ ਦਾ ਜਿਹੜਾ ਜਵਾਬ ਉਹਦੇ 'ਚ ਹੋਣਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਐਜੂਕੇਸ਼ਨ ਦਾ ਜਿਹੜਾ ਐਕਸਪੈਂਸ ਹੈ, ਜਿਹੜੀ ਕਾਸਟ ਆ, ਉਹਨੂੰ ਤੁਸੀਂ ਕਿੱਦਾਂ ਬੇਅਰ ਕਰੋਗੇ। ਠੀਕ ਹੈ ਨਹੀਂ, ਤਾਂ ਉਹਦੇ 'ਚ ਕਦੀ ਵੀ ਆਪਣੀਆਂ ਪਾਰਟ ਟਾਈਮ ਜੌਬ ਨੂੰ ਮੈਂਸ਼ਨ ਨਹੀਂ ਕਰਨਾ। ਉਹ 'ਚ ਆਪਣੇ ਤੁਸੀਂ ਜਿਹੜੇ ਪ੍ਰੈਜ਼ੈਂਟ ਫੁੱਲ ਈਅਰ ਦੀ ਫੀਸ ਦਿੱਤੀ ਹੈ, GIC ਕੀਤਾ, ਨੈਕਸਟ ਈਅਰ ਦੀ ਜਿਹੜੀ ਨਾਲ ਫੰਡ ਦਿਖਾ ਰਹੇ ਹੋ, ਪਲੱਸ ਆਪਣੀ ਫੈਮਿਲੀ ਦੀ ਜਿਹੜੀ ਇਨਕਮ ਦਿਖਾ ਰਹੇ ਹੋ, ਇਹਨਾਂ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਇਸ ਸਵਾਲ ਨੂੰ ਕਵਰ ਕਰਨਾ। ਬਹੁਤ ਸਾਰੇ ਬੱਚੇ ਅੱਜ ਦੀ ਡੇਟ 'ਚ ਮੈਂ ਦੇਖ ਰਿਹਾ, ਕੁਝ ਕੇਸਿਸ ਮੇਰੇ ਕੋਲ ਰਿਫਿਊਜ਼ ਹੋ ਕੇ ਆ ਰਹੇ ਆ, ਜਾਂ ਬੱਚੇ ਫਾਈਲ ਲਾ ਰਹੇ ਆ, ਉਹ ਪੁੱਛ ਰਹੇ ਆ ਕੁਐਸਚਨਸ। ਲੋਕੀ CA ਰਿਪੋਰਟਸ ਲਾ ਰਹੇ ਨੇ। ਇਹ ਇੱਕ ਨਵਾਂ ਕੰਮ ਸ਼ੁਰੂ ਕਰਤਾ ਏਜੰਟਾਂ ਨੇ, ਅਲੱਗ-ਅਲੱਗ ਤਰੀਕੇ ਨਾਲ ਪੈਸੇ ਖਾਦੇ ਜਾ ਰਹੇ ਆ ਕਲਾਇੰਟਾਂ ਤੋਂ। ਐਮਬੈਸੀ ਦੇ ਵਿੱਚ, IRCC ਕੋਲ, ਸਟੂਡੈਂਟ ਫਾਈਲ ਦੇ ਵਿੱਚ CA ਰਿਪੋਰਟ ਦਾ ਕੋਈ ਲੈਣਾ ਦੇਣਾ ਨਹੀਂਗਾ ਦੂਰ ਦੂਰ ਤੱਕ।
ਅੰਬੈਸੀ ਇਦਾਂ ਨਹੀਂ ਪਰ ਮੈਨੂੰ ਮੰਨੂਗੀ। ਲੱਗਦਾ ਅਮਰਜੀਤ ਜੀ ਸਟੂਡੈਂਟ ਜਦੋਂ ਆਉਂਦਾ ਹੈ, ਜਦੋਂ ਡੈਸਪਰੇਟ ਹੁੰਦਾ ਹੈ, ਉਹਨੂੰ ਜੇ ਕੋਈ ਏਜੰਟ ਸ਼ਾਇਦ ਕਹਿ ਦੇਵੇ ਕਿ ਇਹ ਲਗਾ ਕੇ ਤੇਰੀ ਪੋਸਿਬਿਲਿਟੀ ਵੱਧ ਜੂਗੀ Yes, ਸੋਨਾਲੀ yes, ਮੈਮ। ਇਹੀ ਮਿਸ ਗਾਈਡੈਂਸ ਹੁੰਦੀ ਹੈ, ਜਾਂ ਉਹ ਸੀਏ ਰਿਪੋਰਟਾਂ Hello? ਵੱਧ ਘੱਟ ਬਣਾਉਣ ਦੇ ਬੱਚਿਆਂ ਤੋਂ ਚਾਰਜ ਵਸੂਲ Hello? ਕਰਦੇ ਨੇ। ਸੋ ਪਲੀਜ਼ ਕਿਸੇ ਤਰ੍ਹਾਂ ਦੀ ਸੀਏ ਰਿਪੋਰਟ ਆਈਆਰਸੀਸੀ ਨੂੰ ਨਹੀਂ ਚਾਹੀਦੀ। Hello? ਆਪਣੇ ਇਨਕਮ ਸਪੋਰਟਿਵ ਡਾਕੂਮੈਂਟ ਲਾਓ, ਆਪਣੀਆਂ ਸੇਵਿੰਗਸ ਲਗਾਓ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਹਾਂਜੀ ਮੈਮ, ਲਾਈਵ ਗੱਲ ਹੋ ਰਹੀ ਹੈ? ਬਿਲਕੁਲ ਮੈਮ, ਲਾਈਵ ਚ ਹੋ ਰਹੀ ਜੀ। ਪੁੱਛੋ ਕੀ ਪੁੱਛਣਾ ਚਾਹੁੰਦੇ ਹਾਂਜੀ ਸਰ, ਮੈਂ ਪ੍ਰੋਫਾਈਲ ਬਾਰੇ ਪੁੱਛਣਾ ਸੀ ਜੀ ਕੈਨੇਡਾ ਜੀ? ਬਾਰੇ। ਸ਼ੋਰ ਜੀ। ਸਰ ਮੈਂ ਨਾ +2 ਕੀਤੀ ਹੋਈ ਹੈ 2017 ਦੇ ਵਿੱਚ, ਬੀਏ ਨਾਨ ਮੈਡੀਕਲ ਕੀਤੀ ਹੋਈ ਹੈ। ਓਕੇ, ਕਿੰਨੇ ਹਾਂਜੀ, ਪਰਸੈਂਟ ਹੈ? ਤੇ 20 ਵਿੱਚ ਮੇਰੀ 2020 ਵਿੱਚ ਮੇਰੀ ਕੰਪਲੀਟ ਹੋਈ ਹੈ ਜੀ ਬੀਐਸਸੀ ਨਾਨ ਮੈਡੀਕਲ। ਓਕੇ, ਠੀਕ ਹੈ, ਹਾਂਜੀ ਹਾਂਜੀ, ਫਿਰ 70% ਮਾਰਕਸ ਹੈਗੇ ਨੇ। ਫਾਈਨ। ਬੀਐਸਸੀ ਨਾਨ ਮੈਡੀਕਲ ਦੇ, ਰਾਈਟ? ਹਾਂਜੀ ਹਾਂਜੀ, ਬੀਐਸਸੀ ਨਾਨ ਮੈਡੀਕਲ। ਰਾਈਟ। ਔਰ ਆਇਲਸ ਦਾ ਸਕੋਰ ਤੁਹਾਡਾ ਆਈਐਲਟਸ ਤੇ 6 ਬੈਂਡ ਹੈਗੀ ਓਵਰਆਲ। ਈਚ ਕਿੰਨਾ ਹੈ? ਈਚ ਸੇ 5.5 ਹੈਗੀ ਇੱਕ ਮੋਡਿਊਲ ਵਿੱਚ ਰੀਡਿੰਗ ਦੇ ਵਿੱਚ। ਨਹੀਂ ਮੈਮ, ਤੁਸੀਂ ਬਿਲਕੁਲ ਵੀ ਅਪਲਾਈ ਨਹੀਂ ਕਰਨਾ ਕੈਨੇਡਾ, ਠੀਕ ਹੈ ਜੀ। ਅਗਰ ਤੁਸੀਂ Okay. ਕੈਨੇਡਾ ਅਪਲਾਈ ਕਰੋਗੇ ਬੀਇੰਗ ਅ ਬੀਐਸਸੀ ਨਾਨ ਮੈਡੀਕਲ ਸਟੂਡੈਂਟ, ਇੱਕ ਚ 5.5 ਨਾਲ 100% ਰਿਫਿਊਜ਼ਲ ਆਊਗਾ, ਠੀਕ ਹੈ ਜੀ। Okay. ਸਗੋਂ ਅਗਰ ਕੈਨੇਡਾ ਹੀ ਕਰਨਾ ਹੈ ਤਾਂ ਇਹਨੂੰ 6 ਚ ਬਣਾਉਣਾ ਜ਼ਰੂਰੀ ਹੈ ਤੁਹਾਡੇ ਲਈ। ਅਗਰ ਯੂਕੇ ਠੀਕ ਹੈ ਕਰਨਾ ਹੈ ਜੀ, ਤਾਂ ਫਿਰ- ਤੁਸੀਂ ਇਹਦੇ ਤੇ ਕਰ ਸਕਦੇ ਹੋ, 100% ਵੀਜ਼ਾ ਆਏਗਾ, ਹਾਂਜੀ, ਠੀਕ ਹੈ ਜੀ। ਤੇ ਫਿਰ ਯੂਕੇ ਵਾਸਤੇ ਹੋ ਸਕਦਾ ਹੈ? ਯੂਕੇ 100% ਹੋ ਸਕਦਾ ਹੈ ਬਿਨਾਂ ਪ੍ਰੋਬਲਮ ਤੋਂ। ਠੀਕ ਹੈ, ਅਗਰ ਕੈਨੇਡਾ ਵਾਸਤੇ ਕਰਨਾ ਹੈ ਤਾਂ ਨਹੀਂ, ਮੈਨੂੰ ਫਿਰ IELTS ਆਪਾਂ ਬਾਰੇ 6 ਚ ਬਣਾਉਣਾ ਹੈ, ਅਦਰਵਾਈਜ਼ ਰਿਫਿਊਜ਼ਲ ਹੈ। ਠੀਕ ਠੀਕ ਹੈ, ਹੈ ਜੀ। ਔਰ ਅਗਰ ਸਰ ਯੂਕੇ ਕਰਨਾ ਹੋਵੇ ਤਾਂ ਇਸ ਜੈਨ ਇਨਟੇਕ ਵਿੱਚ ਮਿਲ ਜਾਏਗਾ ਮੈਨੂੰ? ਹਾਂਜੀ ਬਿਲਕੁਲ, ਤੁਸੀਂ ਟੀਮ ਨੂੰ ਮਿਲ ਸਕਦੇ ਹੋ। ਤਕਰੀਬਨ 20 ਅਕਤੂਬਰ ਤੱਕ ਆਲਮੋਸਟ ਹਜੇ ਯੂਨੀਵਰਸਿਟੀਆਂ ਓਪਨ ਨੇ। 20 ਤਰੀਕ ਤੋਂ ਬਾਅਦ ਕਾਫੀ ਯੂਨੀਵਰਸਿਟੀਆਂ ਬੰਦ ਹੋਣਾ ਸ਼ੁਰੂ ਹੋ ਜਾਣਗੀਆਂ ਜੈਨ ਇਨਟੇਕ ਠੀਕ ਹੈ, ਦੀ। ਠੀਕ। ਸੋ ਕੋਸ਼ਿਸ਼ ਕਰੋ ਕਿ ਠੀਕ 20 ਹੈ। ਤਰੀਕ ਤੋਂ ਪਹਿਲਾਂ ਤੁਸੀਂ ਅਪਲਾਈ ਕਰੋ, ਠੀਕ ਹੈ ਚਲੋ ਜੀ। ਠੀਕ ਹੈ ਜੀ, ਥੈਂਕ ਠੀਕ ਹੈ ਯੂ। ਸਰ, ਥੈਂਕ ਯੂ ਜੀ। ਸੋ ਸਟੂਡੈਂਟਸ ਹੁਣ ਯੂਕੇ ਦੀ ਵੀ ਗੱਲ ਕਰਦੇ ਹਾਂ। ਯੂਕੇ ਦੀਆਂ ਕੀ ਪੋਸਿਬਿਲਿਟੀਜ਼ ਨੇ, ਕਿਹੜੇ ਇਨਟੇਕ ਨੇ। ਤੁਸੀਂ ਵੀ ਕਾਲ ਕਰ ਸਕਦੇ ਹੋ 90238 90238 ਤੇ, ਤਾਂ ਕਿ ਡਿਟੇਲ ਦੇ ਵਿੱਚ ਤੁਸੀਂ ਆਪਣੀ ਇਨਫੋਰਮੇਸ਼ਨ ਦੇ ਕੇ ਆਪਣਾ ਪ੍ਰੋਫਾਈਲ ਡਿਸਕਸ ਕਰ ਸਕੋ। ਸੋ ਅਮਰਜੀਤ ਜੀ, ਯੂਕੇ ਵਾਸਤੇ ਕਿਹੜਾ ਇਨਟੇਕ ਰੈਡੀਲੀ ਅਵੇਲੇਬਲ ਹੈ? ਦੇਖੋ ਹੁਣ ਯੂਕੇ ਦੀ ਜਿਹੜਾ ਮੇਜਰ ਇਨਟੇਕ ਹੈ ਦੈਟ ਇਜ਼ ਜਨਵਰੀ, ਜਿਹਦੇ ਲਈ ਰਿਕਰੂਟਮੈਂਟ ਹੋ ਰਹੀ ਹੈ। ਬਟ ਇਹ ਛੋਟਾ ਇਨਟੇਕ ਹੈ ਕਿਉਂਕਿ ਇਹ ਅੱਧਿਓਂ ਜ਼ਿਆਦਾ ਭਰ ਜਾਂਦਾ ਹੈ ਸੈਪਟੈਂਬਰ ਦੇ ਡੈਫਰ ਸਟੂਡੈਂਟਸ ਨਾਲ, ਜਿਨ੍ਹਾਂ ਨੇ ਸੈਪਟੈਂਬਰ ਲਈ ਲੇਟ ਅਪਲਾਈ ਕੀਤਾ ਹੁੰਦਾ ਹੈ। ਸੋ ਹੁਣ ਜਿਹੜੀਆਂ ਰਿਕਰੂਟਮੈਂਟਸ ਹੈ ਤਕਰੀਬਨ ਜਿੱਦਾਂ ਸ਼ੈਫੀਲਡ ਯੂਨੀਵਰਸਿਟੀ ਹੋ ਗਈ, ਡਰਬੀ ਯੂਨੀ ਹੋ ਗਈ, ਫਿਰ ਆਪਣੇ ਲੀਡਸ ਬੈਕਡ ਯੂਨੀਵਰਸਿਟੀ ਹੈ, ਤਕਰੀਬਨ 20 ਅਕਤੂਬਰ ਨੂੰ ਬੰਦ ਹੋ ਜਾਣਗੀਆਂ। ਉਸ ਤੋਂ ਬਾਅਦ ਫਿਰ ਅਲੱਗ-ਅਲੱਗ ਯੂਨੀਵਰਸਿਟੀਆਂ ਅਲੱਗ-ਅਲੱਗ ਡੇਟਸ ਨੂੰ ਬੰਦ ਹੋ ਰਹੀਆਂ ਨੇ। ਤਕਰੀਬਨ 30 ਅਕਤੂਬਰ ਤੱਕ 70% ਯੂਨੀਵਰਸਿਟੀਆਂ ਕਲੋਜ਼ ਹੋ ਜਾਣਗੀਆਂ। ਸੋ ਜਨਵਰੀ ਇਨਟੇਕ ਲਈ ਜਿਹੜਾ ਟਾਈਮ ਹੈ ਜੀ ਉਹ ਸਿਰਫ ਅਕਤੂਬਰ, ਔਰ ਉਹਦੇ 'ਚ ਮੈਂ ਕਹੂੰਗਾ 20-25 ਤੱਕ ਮੈਕਸਿਮਮ ਅਪਲਾਈ ਕਰ ਸਕਦੇ ਹੋ। ਕਿਉਂਕਿ ਫਿਰ ਜਿਨ੍ਹਾਂ ਨੇ ਲੇਟ ਅਪਲਾਈ ਕੀਤਾ ਹੋਊਗਾ ਫਿਰ ਉਹਨਾਂ ਦੇ ਗਾਂਹ ਡੈਫਰ ਹੋਣ ਦੇ ਚਾਂਸਿਸ ਹੋ ਸਕਦੇ ਨੇ। ਸਮਾਂ ਬਚਾਉਣਾ ਤਾਂ ਫਿਰ ਸਮੇਂ ਨਾਲ ਅਪਲਾਈ ਵੀ ਕਰਨਾ ਪਊਗਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਮੈਮ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸਰ। ਹਾਂਜੀ ਜੀ, ਪੁੱਛੋ ਕੀ ਪੁੱਛਣਾ ਚਾਹੁੰਦੇ ਹੋ? ਸਰ ਮੈਂ ਆਪਣੀ ਪ੍ਰੋਫਾਈਲ ਡਿਸਕਸ ਕਰਨੀ ਸੀ। ਮੈਂ ਨਾ 2018 ਵਿੱਚ ਸਰ ਆਰਟਸ 'ਚ ਨਾ ਹਾਂਜੀ, 62% ਨੰਬਰ ਨੇ ਮੇਰੇ। ਆਰਟਸ ਦੇ ਵਿੱਚ 62% ਹੈ ਤੁਹਾਡੇ, ਰਾਈਟ? ਹਾਂਜੀ, ਤੇ ਸਰ ਪਰ ਮੇਰੇ ਬੈਂਡ ਨਾ 6.5 ਬੈਂਡ ਨੇ ਓਵਰਆਲ। ਤੁਸੀਂ +2 62% ਨਾਲ ਕੀਤੀ ਹੈ ਔਰ ਬੈਂਡ 6.5 ਓਵਰਆਲ ਨੇ। ਈਚ ਕਿੰਨੇ ਆ? ਸਰ ਇਹ ਓਵਰ ਸਰ ਲਿਸਨਿੰਗ ਤਾਂ ਮੇਰੇ 7 ਨੇ ਤੇ ਸਰ ਨੋਟ ਲੈਸ ਦੈਨ 6। ਓਕੇ, ਔਰ ਜਿਹੜੀ ਆਰਟਸ ਆ ਉਹ ਕਿਹੜੇ ਸਬਜੈਕਟਸ ਨਾਲ ਕੀਤੀ ਹੈ ਤੁਸੀਂ? ਸਰ ਆਰਟਸ ਤੇ ਮੇਰੇ ਇੱਕ ਮੈਥ ਸੀ, ਬਾਕੀ ਸਰ ਇਦਾਂ ਨੋਰਮਲ ਹੀ ਸੀਗੇ। ਫਿਰ ਮੈਥ ਨਾਲ ਕਾਮਨ ਰੱਖਿਆ ਸੀ, ਇੰਗਲਿਸ਼ Okay. ਪੰਜਾਬੀ ਸੀ। ਕਿਹੜੀ ਕੰਟਰੀ ਕਰਨਾ ਚਾਹੁੰਦੇ ਹੋ? ਕਿਹੜੀ ਕੰਟਰੀ ਲਈ ਕਰਨਾ ਚਾਹੁੰਦੇ ਹੋ? ਸਰ ਕੈਨੇਡਾ ਵੀ ਕਰਨਾ ਮੈਂ। ਕੈਨੇਡਾ ਬੱਚੇ ਹੋ ਸਕਦਾ ਹੈ ਜੀ, ਬੇਫਿਕਰ ਹੋ ਕੇ ਜਾ ਸਕਦੇ ਹੋ। ਮੈਥ ਦੇ ਵਿੱਚ ਆਪਣੇ ਸਰ 50 ਤੋਂ ਉੱਪਰ ਹੈ ਮੇਰੇ ਨੰਬਰ। ਨਾ +2 ਦੇ ਸਰ ਇੰਗਲਿਸ਼ ਦੀ ਪਰਸੈਂਟੇਜ ਘੱਟ ਹੈ। ਕੋਈ ਗੱਲ ਨਹੀਂ, +2 58% ਇੰਗਲਿਸ਼ ਦਾ ਸਕੋਰ ਮੈਟਰ ਨਹੀਂ ਕਰਦਾ ਕਿਉਂਕਿ ਤੁਹਾਡੇ ਕੋਲ ਆਇਲਸ ਹੈਗਾ ਉਹਦੇ ਅਗੇਂਸਟ। ਸੋ ਇਟਸ ਹਾਂਜੀ ਫਾਈਨ, ਸਰ ਆਇਲਸ ਦੇ ਬੈਂਡ ਹੈਗੇ ਨੇ। ਠੀਕ ਹੈ ਜੀ। ਸੋ ਅਪਲਾਈ ਕਰ ਸਕਦੇ ਹੋ, ਨੋਟ ਟੂ ਵਰੀ। ਥੈਂਕ ਯੂ, ਠੀਕ ਹੈ ਸਰ, ਓਕੇ ਜੀ। ਥੈਂਕ ਯੂ। ਸੋ ਅਮਰਜੀਤ ਜੀ, ਜਿਨ੍ਹਾਂ ਨੇ ਯੂਕੇ ਦਾ ਸਪਾਊਸ ਵੀਜ਼ਾ ਅਪਲਾਈ ਕਰਨਾ, ਉਹਨਾਂ ਵਾਸਤੇ ਕੀ ਕੁਝ ਐਕਸਟਰਾ ਡਾਕੂਮੈਂਟ ਵੀ ਲੱਗਦੇ ਨੇ? ਕੀ ਪ੍ਰੋਸੈਸ ਹੁੰਦਾ? ਦੇਖੋ ਜਦੋਂ ਸਟੂਡੈਂਟ ਦੀ ਐਪਲੀਕੇਸ਼ਨ ਲੱਗਦੀ ਹੈ ਉਦੋਂ ਕੋਈ ਐਕਸਟਰਾ ਡਾਕੂਮੈਂਟ ਨਹੀਂ ਲੱਗਦੇ, ਔਰ ਐਡਵਾਈਜ਼ ਇਹੀ ਹੁੰਦਾ ਹੈ ਕਿ ਸਪਾਊਸ ਜਿਹੜੀ ਐਪਲੀਕੇਸ਼ਨ ਹੈ ਉਹਨੂੰ ਇਕੱਠੇ ਨਾ ਲਗਾਇਆ ਜਾਵੇ। ਇਹ ਐਡਵਾਈਜ਼ ਹੈ ਕਿਉਂਕਿ ਇਕੱਠੇ ਲਗਾਓਗੇ ਤਾਂ 110% ਤੁਹਾਡਾ ਇੰਟਰਵਿਊ ਆਉਣਾ ਹੀ ਆਉਣਾ ਹੈ। ਬਟ ਅਗਰ ਤੁਸੀਂ ਅਲੱਗ-ਅਲੱਗ ਫਾਈਲ ਲਾਉਂਦੇ ਹੋ ਤਾਂ ਤੁਹਾਡਾ ਐਮਬੈਸੀ ਇੰਟਰਵਿਊ ਆਉਣ ਦੇ ਚਾਂਸ ਬਹੁਤ ਘੱਟ ਜਾਂਦੇ ਆ। ਸਟੂਡੈਂਟ ਦੇ ਟਾਈਮ ਜਦੋਂ ਫਾਈਲ ਲੱਗਦੀ ਹੈ ਉਦੋਂ ਕੋਈ ਐਡੀਸ਼ਨਲ ਡਾਕੂਮੈਂਟ ਨਹੀਂ ਚਾਹੀਦੇ, ਉਹ ਨਾਰਮਲੀ ਚਾਹੀਦੇ ਆ ਜਿਹੜੇ ਸਟੂਡੈਂਟ ਕੇਸ ਲਈ ਚਾਹੀਦੇ ਆ। ਬਟ ਜਦੋਂ ਸਪਾਊਸ ਦੀ ਫਾਈਲ ਲੱਗਣੀ ਹੈ ਉਦੋਂ ਕੁਝ ਡਾਕੂਮੈਂਟਸ ਜ਼ਰੂਰੀ ਨੇ, ਉਹ ਮੈਂ ਕਾਲ ਤੋਂ ਬਾਅਦ ਦੱਸ ਦਿੰਦਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਸਰ। ਹਾਂਜੀ ਮੈਮ, ਪੁੱਛੋ ਕੀ ਪੁੱਛਣਾ ਚਾਹੁੰਦੇ ਹੋ? ਸਰ ਮੈਂ ਕੈਨੇਡਾ ਦੇ ਰਿਲੇਟਡ ਪੁੱਛਣਾ ਸੀ, ਸਟੱਡੀ ਵੀਜ਼ਾ। ਹਾਂਜੀ,
ਸਰ ਮੈਂ +2 ਕੀਤੀ ਹੈ 2009 ਦੇ ਵਿੱਚ। 2009 +2 ਰਾਈਟ। ਹਾਂਜੀ, ਦੈਨ ਮੈਂ 2012 ਵਿੱਚ ਕੀਤੀ B.Com। ਠੀਕ ਹੈ। ਹਾਂਜੀ, ਤੇ ਜਿਹੜੀ M.Com ਨੇ ਕੀਤੀ ਹੈ 2015 ਦੇ ਵਿੱਚ। ਠੀਕ ਹੈ। ਬਟ ਮੈਂ ਜਿਹੜੀ ਆਇਲਸ ਕੀਤੀ ਉਹ ਜਰਨਲ ਦੇ ਵਿੱਚ ਕੀਤੀ ਹੋਈ ਹੈ, 6.5 ਬੈਂਡ ਨੇ ਜਰਨਲ ਦੇ ਵਿੱਚ ਲਗਾ ਸਕਦੀ ਹਾਂ। ਮੈਮ ਦੇਖੋ, ਜਰਨਲ ਨਾਲ ਐਮਬੈਸੀ ਫਾਈਲ ਲੱਗ ਸਕਦੀ ਹੈ, ਬਟ ਗੱਲ ਹੈ ਕਿ ਜਰਨਲ ਆਇਲਸ ਦੇ ਉੱਪਰ ਬਹੁਤ ਘੱਟ ਇੰਸਟੀਚਿਊਟ ਹੈ ਜਿਹੜੇ ਤੁਹਾਨੂੰ ਐਡਮਿਸ਼ਨ ਦੇਣਗੇ, ਔਰ ਤੁਹਾਨੂੰ ਕਿਉਂਕਿ ਐਡਮਿਸ਼ਨ ਮੇਜਰਲੀ ਯੂਨੀਵਰਸਿਟੀ 'ਚ ਚਾਹੀਦੀ ਹੈ, ਬਿਕੋਜ਼ ਤੁਸੀਂ ਆਲਰੇਡੀ ਇੱਕ ਤਾਂ M.Com ਕੀਤੀ ਹੋਈ ਹੈ, ਉਸ ਤੋਂ ਬਾਅਦ 5-6 ਸਾਲ ਦਾ ਐਕਸਪੀਰੀਅੰਸ ਹੈ। ਸੋ ਤੁਹਾਨੂੰ ਘੱਟੋ ਘੱਟ ਵੀ MBA ਪ੍ਰੋਗਰਾਮ 'ਚ ਜਾਣਾ ਚਾਹੀਦਾ ਹੈ, ਔਰ ਤੁਹਾਨੂੰ ਅਕੈਡਮਿਕ ਆਇਲਸ ਹੀ ਕਲੀਅਰ ਕਰਨਾ ਪਊਗਾ ਵਿਦ 6 ਈਚ। ਠੀਕ ਹੈ, ਜਿੱਦਾਂ ਕਿ ਮੈਂ ਬਾਕੀ ਵੀ ਕੰਸਲਟ ਕੀਤਾ ਸੀਗਾ, ਉਹ ਕਹਿੰਦੇ ਕਿ ਨਹੀਂ ਜਰਨਲ ਅਸੈਪਟ ਹੋ ਚੁੱਕੀ, ਕੋਈ ਦਿੱਕਤ ਨਹੀਂ। ਮੈਂ ਤੁਹਾਨੂੰ ਦੱਸ ਰਿਹਾ ਹੋਈ ਕਿ ਅੰਬੈਸੀ ਅਸੈਪਟ ਕਰਦੀ ਹੈ, ਬਟ ਜਿਹੜੇ ਵਧੀਆ ਕਾਲਜ ਵਧੀਆ ਯੂਨੀਵਰਸਿਟੀਜ਼ ਨੇ ਉਹ ਜਰਨਲ ਆਇਲਸ ਨੂੰ ਅਸੈਪਟ ਨਹੀਂ ਕਰਨਗੇ। ਠੀਕ ਹੈ ਜੀ। ਠੀਕ ਹੈ ਸਰ। ਹਾਂ, ਸੋ ਅੱਛੇ ਇੰਸਟੀਚਿਊਟ 'ਚ ਐਡਮਿਸ਼ਨ ਲੈਣ 'ਚ ਪ੍ਰੋਬਲਮ ਆਊਗੀ ਇਹਦੇ ਨਾਲ। ਠੀਕ ਹੈ, ਔਰ ਅੱਛੇ ਇੰਸਟੀਚਿਊਟ 'ਚ ਐਡਮਿਸ਼ਨ ਨਹੀਂ ਹੋਊਗੀ ਇੰਨੇ ਪ੍ਰੋਫਾਈਲ ਦੀ, ਤਾਂ ਫਿਰ ਰਿਫਿਊਜ਼ਲ ਦੇ ਚਾਂਸ ਬਹੁਤ ਹੈ। ਸੌਰੀ। ਠੀਕ ਹੈ ਸਰ, ਕਿਹੜੀ ਸਾਈਡ ਹੋ ਸਕਦਾ ਮੇਰਾ? ਤੁਹਾਡਾ ਮੈਮ ਅਗਰ ਤੁਸੀਂ ਅਕੈਡਮਿਕ 6 ਈਚ ਲੈ ਕੇ ਆਉਂਦੇ ਹੋ ਤਾਂ MBA ਪ੍ਰੋਗਰਾਮ ਲਈ ਤੁਸੀਂ ਜਾ ਸਕਦੇ ਹੋ ਕਿਸੇ ਵੀ ਅੱਛੀ ਯੂਨੀਵਰਸਿਟੀ 'ਚ। ਠੀਕ ਹੈ ਜੀ। ਠੀਕ ਹੈ ਸਰ, ਥੈਂਕ ਯੂ। ਸੋ ਸਟੂਡੈਂਟਸ, ਤੁਸੀਂ ਵੀ 90238 ਤੇ ਕਾਲ ਕਰ ਸਕਦੇ ਹੋ, ਆਪਣਾ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ। ਤੁਸੀਂ ਦੇਖ ਹੀ ਰਹੇ ਹੋ ਜਿਹੜੇ ਸਟੂਡੈਂਟ ਕਾਲ ਕਰਕੇ ਪ੍ਰੋਫਾਈਲ ਡਿਸਕਸ ਕਰਦੇ ਨੇ ਉਹਨਾਂ ਨੂੰ ਜਿਹੜਾ ਬਹੁਤ ਹੀ ਪ੍ਰੀਸਾਈਜ਼ ਜਵਾਬ ਦੇ ਰਹੇ ਨੇ ਅਮਰਜੀਤ ਜੀ। ਜਨਰਲ ਗੱਲਾਂ ਤੇ ਸ਼ੋਅ ਦੇ ਵਿੱਚ ਜਵਾਬ ਦਿੱਤੇ ਜਾ ਰਹੇ ਨੇ, ਬਟ ਪਰਸਨਲ ਪ੍ਰੋਫਾਈਲ ਵਾਸਤੇ ਤੁਸੀਂ ਡਿਟੇਲ ਆਪਣੀ ਤਿਆਰ ਰੱਖਿਆ ਕਰੋ। ਸਾਰੇ ਮਾਰਕਸ ਵਗੈਰਾ ਕੋਸ਼ਿਸ਼ ਕਰਿਆ ਕਰੋ ਤੁਹਾਡੇ ਕੋਲ ਰੈਡਿਲੀ ਅਵੇਲੇਬਲ ਹੋਣ, ਤਾਂ ਕਿ ਤੁਹਾਨੂੰ ਬੈਸਟ ਜਿਹੜੀ ਸੁਜੈਸ਼ਨ ਹੈ ਉਹ ਮਿਲ ਸਕੇ। ਅਮਰਜੀਤ ਜੀ, ਇਹ ਮੰਨਿਆ ਜਾਂਦਾ ਹੈ ਕਿ UK ਵਾਸਤੇ ਜਿਹੜੀ ਸਪਾਊਸ ਵੀਜ਼ਾ ਨਾ ਉਹ ਬਾਕੀ ਕੰਟਰੀਜ਼ ਨਾਲੋਂ ਬੈਸਟ ਹੈ। ਸੋ ਤੁਹਾਡੇ ਪੁਆਇੰਟ ਆਫ ਵਿਊ ਨਾਲ ਕੀ ਫਾਇਦੇ ਨੇ? ਨਹੀਂ, ਬਿਲਕੁਲ, ਜਿੱਦਾਂ ਮੈਂ ਪਹਿਲਾਂ ਡਾਕੂਮੈਂਟਸ ਵਾਲੀ ਗੱਲ ਕੰਪਲੀਟ ਕਰ ਲੈਂਦਾ। ਸੋ ਜਿਹੜੇ ਸਪਾਊਸ ਦੇ ਡਾਕੂਮੈਂਟ ਉਹ 'ਚ ਮੈਰਿਜ ਸਰਟੀਫਿਕੇਟ ਦਾ ਹੋਣਾ ਜ਼ਰੂਰੀ ਹੈ, ਉਹਦੇ ਵਿੱਚ 1-2 ਹੋਰ ID ਪ੍ਰੂਫ ਜਿਨ੍ਹਾਂ ਦੇ ਸੇਮ ਐਡਰੈਸ ਹੋਵੇ ਉਹ ਉਹਦਾ ਹੋਣਾ ਜ਼ਰੂਰੀ ਹੈ। ਲੇਕਿਨ ਇਹਦੇ ਵਿੱਚ ਇਹ ਕਿਤੇ ਵੀ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਮੈਰਿਜ ਨਵੀਂ ਹੈ ਜਾਂ ਪੁਰਾਣੀ ਹੈ। ਸੋ ਇਦਾਂ ਦਾ ਕੁਝ ਨਹੀਂ ਚਾਹੀਦਾ। ਉਹਦੀਆਂ ਫੋਟੋਆਂ ਕਈ ਲੋਕ ਐਲਬਮ ਲੈ ਕੇ ਪੁੱਛਦੇ ਰਹਿੰਦੇ ਆ, ਸੋ ਇਦਾਂ ਦਾ ਕੁਝ ਵੀ ਨਹੀਂ ਚਾਹੀਦਾ। ਤੁਹਾਡੇ ਡਾਕੂਮੈਂਟਸ ਰਾਈਟ ਹੋਣੇ ਚਾਹੀਦੇ ਆ, ਗਵਰਨਮੈਂਟ ਡਾਕੂਮੈਂਟ ਹੋਣਾ ਚਾਹੀਦਾ, ਮੈਰਿਜ ਸਰਟੀਫਿਕੇਟ ਹੋਣਾ ਚਾਹੀਦਾ, ਪਾਸਪੋਰਟ 'ਤੇ ਨਾਮ ਚੜ੍ਹਿਆ ਹੋਣਾ ਚਾਹੀਦਾ। ਸਕਸੈਸ ਰੇਟ 'ਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਪਿਛਲੇ 3 ਇਨਟੇਕ 4 ਇਨਟੇਕ ਹੈ UK ਦੇ ਲੰਘੇ ਆ, ਇੱਕ ਸਿੰਗਲ ਕੇਸ ਨਹੀਂ ਗਾ ਜਿਹਦੇ 'ਚ ਬਾਅਦ 'ਚ ਸਪਾਊਸ ਦੀ ਐਪਲੀਕੇਸ਼ਨ ਲਾਈ ਹੋਵੇ ਤੇ ਉਹ ਰਿਜੈਕਟ ਹੋਈ ਹੋਵੇ। ਸੋ ਅਸੀਂ ਮੋਸਟਲੀ ਹਰ ਇੱਕ ਦੇ ਕੰਮ ਕਰਨ ਦਾ ਤਰੀਕਾ, ਬਟ ਅਸੀਂ ਜਦੋਂ ਸਟੂਡੈਂਟ ਦਾ ਕੇਸ ਹੀ ਲੈਂਦੇ ਹਾਂ ਅਸੀਂ ਉਦੋਂ ਹੀ ਪ੍ਰੋਫਾਈਲ ਜਿਹੜਾ ਸਪਾਊਸ ਦਾ ਉਹ ਆਪਣੇ ਵੱਲੋਂ ਮੇਕ ਸ਼ੋਰ ਕਰ ਲੈਂਦੇ ਹਾਂ ਕਿ ਉਹਦੇ 'ਚ ਕੋਈ ਵੀ ਇੱਦਾਂ ਦੀ ਇਮੀਗ੍ਰੇਸ਼ਨ ਹਿਸਟਰੀ ਜਾਂ ਹੋਰ ਕੋਈ ਇੱਦਾਂ ਦੀ ਟੈਕਨੀਕਲ ਪ੍ਰੋਬਲਮ ਨਾ ਰਵੇ ਕਿ ਉਹਦੇ ਵਿੱਚ ਕਿਤੇ ਰਿਫਿਊਜ਼ਲ ਦਾ ਰੀਜ਼ਨ ਬਣੇ। ਸੋ ਆਪਣਾ ਕੰਸਲਟੈਂਟ ਅਗਰ ਤੁਸੀਂ ਅੱਛਾ ਚੁਣੋਗੇ ਤਾਂ ਤੁਹਾਨੂੰ ਕਿਤੇ ਵੀ ਪ੍ਰੋਬਲਮ ਜਿਹੜੀ ਉਹ ਵੀਜ਼ੇ 'ਚ ਨਹੀਂ ਆ ਸਕਦੀ ਜੀ। ਸੋ ਅਮਰਜੀਤ ਜੀ, ਜਿਹੜੇ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਨੇ UK ਜਾਂ ਕੈਨੇਡਾ, ਕੀ ਪਰਸਨਲੀ ਆਫਿਸ ਵਿਜ਼ਿਟ ਕਰਨ? ਬਿਲਕੁਲ ਜੀ, ਬ੍ਰੌਡਵੇ ਦੇ ਅਲੱਗ-ਅਲੱਗ ਸ਼ਹਿਰਾਂ 'ਚ ਆਫਿਸ ਨੇ। ਸੋ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਮੋਗਾ, ਮੋਹਾਲੀ, ਬਠਿੰਡਾ, ਕਰਨਾਲ, ਹਰਿਆਣਾ ਦੇ ਵਿੱਚ ਵੀ ਹੁਣ ਆਫਿਸ ਹੈ, ਔਰ ਨਵਾਂ ਆਫਿਸ ਇਸ ਮਹੀਨੇ ਅਸੀਂ ਪਟਿਆਲੇ ਓਪਨ ਕਰ ਰਹੇ ਹਾਂ। ਸੋ ਇਹਨਾਂ ਸਾਰੇ ਆਫਿਸਿਸ 'ਚ ਤੁਸੀਂ ਫਿਜ਼ੀਕਲੀ ਆ ਕੇ ਮਿਲ ਸਕਦੇ ਹੋ, ਅਪਲਾਈ ਕਰ ਸਕਦੇ ਹੋ। ਈਵਨ ਸਾਡੀ ਟੀਮ, ਕਿਉਂਕਿ ਸਾਡਾ YouTube ਚੈਨਲ ਬਹੁਤ ਅੱਛਾ ਚੱਲਦਾ ਦੀਪਕ ਜੀ, ਸੋ ਬਹੁਤ ਸਾਰੇ ਬੱਚੇ ਆ ਸਾਡੇ ਨਾਲ ਜੋ ਉਹਨਾਂ 'ਤੇ, ਕਿਉਂਕਿ ਮੈਂ YouTube 'ਤੇ ਕੰਟੈਂਟ ਵੀ ਸਾਡਾ ਜ਼ਿਆਦਾ ਹਿੰਦੀ 'ਚ ਹੁੰਦਾ ਹੈ, ਪੰਜਾਬੀ 'ਚ ਘੱਟ ਹੁੰਦਾ ਹੈ। ਸੋ ਉੱਥੇ ਬਹੁਤ ਸਾਰੇ ਸਟੂਡੈਂਟ ਹੈ ਜਿਹੜੇ ਸਾਊਥ ਇੰਡੀਆ, ਸੈਂਟਰਲ ਇੰਡੀਆ ਤੋਂ ਜੁੜੇ ਹੁੰਦੇ ਆ। ਸੋ ਉਹ ਸਾਰੇ ਬੱਚੇ ਸਾਡੇ ਨਾਲ ਆਨਲਾਈਨ ਵੀ ਆਪਣੀ ਐਪਲੀਕੇਸ਼ਨਸ ਨੂੰ ਪ੍ਰੋਸੀਡ ਕਰਦੇ ਆ। ਸੋ ਤੁਸੀਂ ਚਾਹੋ ਤਾਂ ਆਨਲਾਈਨ ਘਰੇ ਬੈਠੇ ਵੀ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੀਡ ਕਰ ਸਕਦੇ ਹੋ। ਤੁਸੀਂ ਚਾਹੋ ਆਫਿਸ 'ਚ ਆ ਕੇ ਫਿਜ਼ੀਕਲੀ ਮਿਲ ਕੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਤੁਸੀਂ ਆ ਕੇ ਫਿਜ਼ੀਕਲੀ ਮਿਲ ਕੇ ਵੀ ਅਪਲਾਈ ਕਰ ਸਕਦੇ ਹੋ ਜੀ। ਸੋ ਜਿਹੜੇ ਸਟੂਡੈਂਟਸ ਮਨ ਬਣਾ ਰਹੇ ਨੇ UK ਜਾਂ ਕੈਨੇਡਾ ਦਾ ਅਪਲਾਈ ਕਰਨ ਦਾ, ਮੈਂ ਚਾਹੂੰਗਾ ਉਹਨਾਂ ਨੂੰ ਜ਼ਰੂਰ ਗਾਈਡ ਕਰੋ ਕਿ ਪ੍ਰੈਜ਼ੈਂਟਲੀ ਕੈਨੇਡਾ ਤੇ UK ਕਿਹੜੇ ਇਨਟੇਕ ਸਟੂਡੈਂਟਸ ਨੂੰ ਅਪਲਾਈ ਕਰਨਾ ਚਾਹੀਦਾ ਤੇ ਕਿੰਨਾ ਕੁ ਪ੍ਰੋਸੈਸ ਟਾਈਮ ਲੱਗਦਾ। ਦੇਖੋ, ਜਿਹੜੇ ਸਟੂਡੈਂਟਸ ਨੇ ਵੀ ਹੁਣ ਅਪਲਾਈ ਕਰਨਾ ਹੈ, ਸਭ ਤੋਂ ਇੰਪੋਰਟੈਂਟ ਕੀ ਹੁੰਦਾ ਹੈ, ਜ਼ਿਆਦਾਤਰ ਸਟੂਡੈਂਟ ਨਾ ਐਂਡ ਡੇਟਾਂ 'ਚ ਜਾ ਕੇ ਜਾਗਦਾ ਹੈ। ਇਹ ਬੜੀ ਪ੍ਰੋਬਲਮ ਹੁੰਦੀ ਹੈ। ਜਿੱਦਾਂ ਪਿਛਲੀ ਵਾਰੀ ਅਸੀਂ ਕਹਿ ਰਹੇ ਸੀ ਸੈਪਟੈਂਬਰ ਇਨਟੇਕ ਖਤਮ ਹੋ ਰਿਹਾ, ਉਹ ਫਿਰ ਅਸੀਂ ਨੋਟਿਸ ਕੀ ਕਰਦੇ ਹਾਂ ਕਿ ਸਾਡੇ ਕੋਲ ਉਨੀਆਂ ਐਪਲੀਕੇਸ਼ਨਾਂ ਜੂਨ ਜੁਲਾਈ 'ਚ ਨਹੀਂ ਆਈਆਂ ਹੁੰਦੀਆਂ ਜਿੰਨੀਆਂ ਅਗਸਤ 'ਚ ਆ ਜਾਂਦੀਆਂ ਨੇ, ਜਦੋਂ ਇੱਕਦਮ ਟਾਈਮ ਕਿਨਾਰੇ 'ਤੇ ਆ ਜਾਂਦਾ ਹੈ। ਔਰ ਇਹੀ ਹੁਣ ਹੋ ਰਿਹਾ। ਹੁਣ ਅਸੀਂ ਕਹਿ ਰਹੇ ਹਾਂ ਜਦੋਂ ਕਿ ਯੂਨੀਵਰਸਿਟੀਆਂ ਜਨਵਰੀ ਦੀਆਂ ਬੰਦ ਹੋ ਜਾਣਗੀਆਂ, ਤੁਹਾਨੂੰ ਪ੍ਰੋਬਲਮ ਹੋਊਗੀ ਨਵੰਬਰ 'ਚ ਐਡਮਿਸ਼ਨ ਲੱਗੇ, ਤਾਂ ਹਜੇ ਕਈ ਬੱਚਿਆਂ ਨੂੰ ਸੋਚਣ 'ਚ ਆ ਲੱਗਦਾ ਯਾਰ ਹਜੇ ਤਾਂ
ਅਗਲੇ ਸਾਲ ਦੀ ਗੱਲ ਕਰ ਰਹੇ ਆ, ਜਨਵਰੀ ਤਾਂ ਅਗਲੇ ਸਾਲ ਹੈ, ਬਟ ਉਹਦੇ 'ਚ ਮਹੀਨੇ ਕਿਹੜੇ ਰਹਿ ਗਏ? ਮਹੀਨਾ ਸਿਰਫ ਉਹਦੇ 'ਚ ਅਕਤੂਬਰ ਔਰ ਨਵੰਬਰ ਹੈ, ਕਿਉਂਕਿ 15 ਦਸੰਬਰ ਤੋਂ ਯੂਨੀਵਰਸਿਟੀਜ਼ 'ਚ ਹੌਲੀਡੇ ਹੋ ਜਾਣੇ ਆ। ਕੋਈ ਆਫਰ ਲੈਟਰ ਨਹੀਂ ਆਉਣਾ, ਕੋਈ ਕਾਸ ਨਹੀਂ ਆਉਣਾ, ਜਿਹਦਾ ਕੇਸ ਜਿੱਥੇ ਰਹਿ ਜਾਊਗਾ ਉੱਥੇ ਹੀ ਰੁਕ ਜਾਣਾ। ਸੋ ਤੁਹਾਡੇ ਕੋਲ ਟਾਈਮ ਕੀ ਹੈ? ਅਕਤੂਬਰ ਦੇ ਵਿੱਚ ਆਪਣੀ ਐਡਮਿਸ਼ਨ ਸਟਾਰਟ ਕਰਨ ਦਾ ਔਰ ਨਵੰਬਰ ਤੱਕ ਆਪਣਾ ਕਾਸ ਲੈਟਰ ਲੈ ਕੇ ਦਸੰਬਰ 'ਚ ਆਪਣਾ ਵੀਜ਼ਾ ਲੈਣ ਦਾ। ਅਗਰ ਤੁਸੀਂ ਲੇਟ ਅਪਲਾਈ ਕਰੋਗੇ ਤਾਂ ਫਿਰ ਕੇਸ ਲਿੰਗਰ ਔਨ ਹੁੰਦਾ ਰਹੂਗਾ, ਔਰ ਜਿਹੜੇ ਸਤੰਬਰ 'ਚ ਲਿੰਗਰ ਔਨ ਹੋਏ ਸੀ ਉਹ ਤਾਂ ਕਿਤੇ ਨਾ ਕਿਤੇ ਹੁਣ ਜਨਵਰੀ 'ਚ ਨਿਕਲ ਗਏ, ਬਟ ਜਿਹੜੇ ਜਨਵਰੀ 'ਚ ਲਿੰਗਰ ਔਨ ਹੋ ਜਾਣਗੇ ਕੇਸ, ਉਹਨਾਂ ਲਈ ਫਿਰ ਅੱਗੇ ਆਪਸ਼ਨਸ ਬਹੁਤ ਲਿਮਿਟਿਡ ਨੇ। ਸੋ ਮਾਰਚ, ਅਪ੍ਰੈਲ, ਮਈ, ਇਹ ਛੋਟੇ ਛੋਟੇ ਇਨਟੇਕ ਹੁੰਦੇ ਆ। ਕੋਈ ਯੂਨੀਵਰਸਿਟੀ ਅਪ੍ਰੈਲ 'ਚ ਖੁੱਲ੍ਹਦੀ ਹੈ, ਕੋਈ ਮਈ 'ਚ ਖੁੱਲ੍ਹਦੀ ਹੈ, ਕੋਈ 4 ਕੋਰਸ ਲੈ ਕੇ ਆਉਂਦੀ ਹੈ, ਕੋਈ 2 ਕੋਰਸ ਲੈ ਕੇ ਆਉਂਦੀ ਹੈ। ਸੋ ਬਹੁਤ ਲਿਮਿਟਿਡ ਆਪਸ਼ਨਸ ਹੋ ਜਾਂਦੀਆਂ ਨੇ, ਸੋ ਉਹਦੇ ਵਿੱਚ ਤੁਸੀਂ ਸਟਕ ਹੋ ਜਾਓਗੇ। ਸੋ ਬੈਟਰ ਹੈ ਕਿ ਜਿੰਨੀ ਜਲਦੀ ਅਪਲਾਈ ਕਰ ਲਓ, ਉਨਾ ਜ਼ਿਆਦਾ ਸੇਫਲੀ ਔਰ ਟਾਈਮਲੀ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕੋਗੇ। ਮੇਰਾ ਲਾਸਟ ਸਵਾਲ, ਤੁਹਾਨੂੰ ਕੀ ਲੱਗਦਾ ਸਟੂਡੈਂਟ ਬਹੁਤ ਸਾਰੀਆਂ ਓਪਰਚੁਨਿਟੀਜ਼ ਘੱਟ ਜਾਂਦੀਆਂ, ਲੇਟ ਕਿਉਂ ਕਰ ਦਿੰਦੇ ਨੇ? ਦੇਖੋ, ਇਹ ਸਟੂਡੈਂਟ ਦਾ ਆਪਣਾ ਵਿਚਾਰ ਹੈ। ਗੱਲ ਕੀ ਹੈ ਕਿ ਸਾਡੇ ਹਿੰਦੁਸਤਾਨ 'ਚ ਔਰ ਬਾਹਰਲੀਆਂ ਕੰਟਰੀਆਂ 'ਚ ਜਿੱਥੇ ਅਸੀਂ ਜਾਣ ਦਾ ਸੁਪਨਾ ਦੇਖਦੇ ਹਾਂ, ਉਹਨਾਂ 'ਚ ਔਰ ਸਾਡੇ 'ਚ ਇੱਕ ਸਭ ਤੋਂ ਵੱਡਾ ਫਰਕ ਹੈ ਕਿ ਅਸੀਂ ਸਮੇਂ ਦੀ ਕਦਰ ਘੱਟ ਕਰਦੇ ਹਾਂ ਤੇ ਉਹ ਸਮੇਂ ਦੀ ਕਦਰ ਜ਼ਿਆਦਾ ਕਰਦੇ ਨੇ। ਸੋ ਜਿੱਦਣ ਅਸੀਂ ਸਮੇਂ ਦੀ ਕਦਰ ਕਰਨੀ ਸ਼ੁਰੂ ਕਰ ਦਾਂਗੇ, ਉਦਣ ਆਪਣੇ ਟਾਈਮ ਨਾਲ ਵੀਜ਼ੇ ਲੈ ਕੇ ਆਰਾਮ ਨਾਲ ਮਹੀਨਾ ਆਪਣੇ ਨਾਨਕਿਆਂ ਕੋਲ ਵੀ 10 ਦਿਨ ਰਹਿ ਕੇ ਫਿਰ ਬਾਹਰ ਜਾਵਾਂਗੇ। ਤੇ ਹਜੇ ਆਪਾਂ ਵੀਜ਼ਾ ਲੈ ਕੇ ਘੰਟਾ ਮਹਾਂ ਇੱਕ ਨਾਨਕਿਆਂ ਨੂੰ ਮਿਲਣ ਜਾ ਸਕਦੇ ਹਾਂ। ਕਿਉਂ? ਕਿਉਂਕਿ ਅਸੀਂ ਸਮੇਂ ਦੀ ਕਦਰ ਨਹੀਂ ਕਰਦੇ। ਸੋ ਜਿੱਦਣ ਆ ਸਮਝਾਂਗੇ, ਉਦਣ ਹਰ ਚੀਜ਼ ਟਾਈਮ ਨਾਲ ਹੋ ਸਕਦੀ ਹੈ। ਸੋ ਦੋਸਤੋ, ਜਿਹੜੇ ਸਵਾਲ ਤੁਹਾਨੂੰ ਜਵਾਬ ਮਿਲ ਗਏ ਤੇ ਤੁਹਾਨੂੰ ਲੱਗਦਾ ਜੇ ਕੋਈ ਸਵਾਲ ਰਹਿ ਗਏ ਤਾਂ ਤੁਸੀਂ YouTube ਚੈਨਲ ਬ੍ਰੌਡਵੇ ਦਾ, ਉਹਦੇ ਤੇ ਬਹੁਤ ਹੀ ਇਨਫੋਰਮੇਟਿਵ ਵੀਡੀਓਜ਼ ਨੇ, ਉਹ ਜਾ ਕੇ ਵਾਚ ਕਰ ਸਕਦੇ ਹੋ। ਧੰਨਵਾਦ। ਥੈਂਕ ਯੂ।